ਸਾਲ 100 ਸਾਲ ਤਕਰੀਬਨ ਹੋ ਗਿਆ ਇਹ ਕਾਰੋਬਾਰ ਠੀਕ ਹੈ। ਸਾਡੀ ਰਾਏ ਇਹ ਹੈ ਜੀ ਕਿ ਗਾਈਆਂ ਦਾ ਦੁੱਧ ਮਈਆਂ ਦੇ ਦੁੱਧ ਨਾਲੋਂ ਅੱਛਾ ਹੈ। ਸਮਝਦਾਰ ਲੋਕ ਜਿਹੜੇ ਨੇ ਨਾ ਉਹ ਗਾਈਂ ਦਾ ਦੁੱਧ ਆਪਣੇ ਬੱਚਿਆਂ ਨੂੰ ਵੀ ਪਿਲਾਉਂਦੇ ਨੇ ਤੇ ਇਹ ਦੁੱਧ ਵੀ ਸਮਝਦਾਰ ਹੈ, ਅਕਲਮੰਦ ਦੁੱਧ ਹੈ। 120 ਰੁਪਏ ਕਿਲੋ ਵੇਚਣੇ ਆ ਤੇ ਗਾਵਾਂ ਦਾ ਦੁੱਧ 100 ਰੁਪਏ ਕਿਲੋ ਵੇਚਣੇ। ਅਸੀਂ ਦੁੱਧ ਚ ਪਾਣੀ ਨਹੀਂ ਪਾਉਂਦੇ। ਤੁਸੀਂ ਤਜਰਬਾ ਕਰ ਲਵੋ। ਇਹ ਮੁੰਡੇ ਦੇ ਨਾਲ ਚਲੇ ਜਾਈਏ ਹੁਣ ਦੁੱਧ ਲੈ ਕੇ ਜਾਏਗਾ, ਉੱਥੇ ਔਰਤਾਂ ਵੀ ਖੜੀਆਂ ਹੋਣਗੀਆਂ, ਬੰਦੇ ਵੀ ਖੜੇ ਹੋਣਗੇ, ਇੰਤਜ਼ਾਰ ਕਰਦੇ ਹੋਣਗੇ ਕਿ ਕਿਸ ਟਾਈਮ ਦੁੱਧ ਲੈ ਕੇ ਆਏ, ਅਸੀਂ ਦੁੱਧ ਲੈ ਕੇ ਜਾਈਏ। ਚਾਹੇ 11 ਵਜੇ ਜਾਏ, ਚਾਹੇ ਉਹ 12 ਵਜੇ ਜਾਏ, ਉੱਥੇ ਲੋਕ ਇੰਤਜ਼ਾਰ ਕਰਦੇ ਹੋਣਗੇ ਦੁੱਧ ਵਾਸਤੇ। ਦੁੱਧ ਜਿਹਨੂੰ ਕੋ ਮਰਜ਼ੀ ਜਾ ਕੇ ਪਿਆ ਕੁਝ ਮੈਂ ਸਪਾਰੇ ਵੇਚਣਾ ਪਿਆ ਵਾ। ਜੂਸਰ ਮਸ਼ੀਨ ਅਸਲੀ ਕਰਾਰ ਦਿੱਤੀ ਜਨਾਬ। ਅਸਾਂ ਰਿਸਰਚ ਕੀਤੀ ਹੈ ਇਹਨਾਂ ਦੀ ਕਿ ਅਸਾਂ ਇਹਨਾਂ ਨੂੰ ਜੋ ਕੁਝ ਵੀ ਪਾਇਆ ਨਾ ਰਾਤ ਨੂੰ ਤੇ ਅਲਹਮਦੁਲਿਲਾ ਸੁਬਾ ਇਹਨਾਂ ਨੇ ਉਹ ਸਾਡਾ ਹੱਕ ਨਹੀਂ ਰੱਖਿਆ। ਜ਼ਿੰਦਾਬਾਦ। ਮਗਰ ਅਸਾਂ ਇਹਨਾਂ ਨੂੰ ਰਾਤ ਨੂੰ ਜੇ ਅੱਛਾ ਵੰਡਾ ਪਾਇਆ ਤੇ ਸੁਬਾ ਇਹਨਾਂ ਸਾਨੂੰ ਅੱਛਾ ਦੁੱਧ ਦਿੱਤਾ। ਅਗਰ ਰਾਤ ਨੂੰ ਅਸਾਂ ਇਹਨਾਂ ਨੂੰ ਬੁਰਾ ਵੰਡਾ ਪਾਇਆ ਤੇ ਨਾ ਸਾਨੂੰ ਸਵੇਰੇ ਕੁਝ ਵੀ ਨਹੀਂ ਦਿੱਤਾ। ਸੂੜੀ ਬੜੇ ਫਰਕ ਕਿਸਮਾਂ ਦੀ ਹੈ। ਠੀਕ ਹੈ। ਅੱਛੀ ਸੂੜੀ ਤੁਸੀਂ ਵੇਖ ਕੇ ਉੱਥੋਂ ਲਵੋ ਮੰਡੀ ਦੇ ਵਿੱਚੋਂ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। अस्सलाम वालेकुम ਵੀਅਰਸ, ਤੁਸੀਂ ਵੇਖ ਰਹੇ ਹੋ ਬਿਜ਼ਨਸ ਇਨਫੋ ਤੇ ਮੈਂ ਵਾਂ ਬਿਲਾਲ ਨਜ਼ੀਰ। ਅੱਜ ਦੀ ਵੀਡੀਓ ਨਵੇਂ ਪੁਰਾਣੇ तमाम ਫਾਰਮਰਸ ਵਾਸਤੇ ਔਰ ਮੱਝਾਂ ਦੇ ਸ਼ੌਕੀਨ, ਗਾਈਆਂ ਦੇ ਸ਼ੌਕੀਨ ਔਰ ਕਾਰੋਬਾਰੀ ਹਜ਼ਰਾਤ ਵਾਸਤੇ ਅੱਜ ਦੀ ਵੀਡੀਓ ਇੱਕ ਤੋਹਫਾ ਹੈ। ਮੈਨੂੰ ਯਕੀਨ ਹੈ ਕਿ ਜਨਾਬ ਅੱਜ ਦੀ ਵੀਡੀਓ ਤੁਸੀਂ ਵੇਖ ਕੇ ਜ਼ਰੂਰ फ़ायदा ਹਾਸਲ ਕਰੋਗੇ ਤੇ ਵੀਡੀਓ ਦੇ ਵਿੱਚ ਬੜੀ ਅਹਿਮ ਗੁਫ਼ਤਗੂ ਹੋਣ ਵਾਲੀ ਹੈ। ਐਂਡ ਤੱਕ ਜ਼ਰੂਰ ਵੇਖਿਆ ਜੇ। ਫੇਸਬੁੱਕ ਦੇ ਨਾਜ਼ਰੀਨ ਸਾਡੇ ਪੇਜ ਨੂੰ ਲਾਈਕ ਵੀ ਕਰਨ ਤੇ ਫਾਲੋ ਵੀ ਕਰਨ ਔਰ YouTube ਦੇ ਨਾਜ਼ਰੀਨ ਸਾਡੇ ਚੈਨਲ ਨੂੰ ਜਲਦੀ ਨਾਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਵੀ ਦਬਾ ਦੇਣ ਤਾਂ ਕਿ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਜਾਣ। ਤੇ ਲਓ ਵੀਰੋ ਅੱਜ ਦੀ ਵੀਡੀਓ ਸ਼ੁਰੂ ਕਰਨੇ ਆ। अस्सलाम वालेकुम जी। ਵਾਲੇਕਮ ਸਲਾਮ ਜਨਾਬ। ਬਜ਼ੁਰਗੋ ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਜਨਾਬ ਆਸਫ ਅਲੀ। ਆਸਫ ਅਲੀ ਸਾਹਿਬ, ਇਹ ਕਿਹੜਾ ਪਿੰਡ ਹੈ, ਕਿਹੜੀ ਜਗ੍ਹਾ ਹੈ? ਮਲੂਚੇਤ ਪਿੰਡ ਜਨਾਬ ਠੀਕ ਹੈ, ਤੇ ਡੇਰਾ ਸਾਡਾ। ਸਹੀ ਹੋ ਗਿਆ। ਤੇ ਤੁਹਾਡੀ ਰਹਾਇਸ਼ ਵੀ ਇੱਥੇ ਵੀ ਜਾਂ ਰਹਾਇਸ਼ ਕਿਤੇ ਹੋਰ ਹੈ? ਰਿਹਾਇਸ਼ ਸਾਡੀ ਸ਼ਹਿਰ ਦੇ ਵਿੱਚ ਜਨਾਬ, ਸ਼ਹਿਰ ਰੰਗਪੁਰੇ ਚ? ਰੰਗਪੁਰ ਜਨਾਬ। ਜ਼ਿੰਦਾਬਾਦ। ਅੱਛਾ ਇਹ ਦੱਸਿਓ ਆਸਫ ਸਾਹਿਬ ਕਿ ਤੁਹਾਡੀ ਗੁਫ਼ਤਗੂ ਅੱਗੇ ਵੀ ਅਸੀਂ ਸੁਣੀ, ਬੜੀ ਮਜ਼ੇਦਾਰ ਗੁਫ਼ਤਗੂ ਸੀ। ਕਿੰਨੇ ਸਾਲ ਹੋ ਗਏ ਨੇ ਤੁਹਾਨੂੰ ਡੰਗਰ ਰੱਖਦੇ ਆ, ਕੰਮ ਕਰਦੇ ਆ? ਸਾਡੇ ਪਿਓ ਦਾਦੇ ਤੋਂ ਕੰਮ ਜਿਹੜਾ ਨਾ ਸੀਆਈ ਕਰਦੇ ਆ ਤੇ ਕੋਈ ਲਮਸਮ ਦੱਸ ਸਕਦੇ ਹੋ ਕਿ ਇੰਨੇ ਕੁ ਸਾਲ ਹੋ ਗਏ ਨੇ? ਤਕਰੀਬਨ 60-70 ਸਾਲ 100 ਸਾਲ ਤਕਰੀਬਨ ਹੋ ਗਿਆ ਇਹ ਕਾਰੋਬਾਰ ਕਰਦੇ। ਠੀਕ ਹੈ। ਔਰ ਤੁਹਾਨੂੰ ਜ਼ਿੰਦਗੀ ਲੰਘ ਗਈ ਹੈ ਤੁਹਾਡੀ, ਬਚਪਨ ਤੋਂ ਕਰ ਰਹੇ ਹੋ? ਬਚਪਨ ਤੋਂ ਇਹ ਕਰ ਰਹੇ ਆ, ਬਾਪ ਵੀ ਦਾਦਾ ਵੀ। ਜ਼ਿੰਦਾਬਾਦ, ਮਾਸ਼ਾਅੱਲਾ। ਅੱਛਾ ਇਹ ਦੱਸਿਓ ਕਿ ਤੁਸੀਂ ਇਹਨਾਂ ਜਾਨਵਰਾਂ ਦੇ ਬਾਰੇ ਚ ਕੀ ਕੀ ਜਾਣਦੇ ਹੋ? ਯਾਨੀ ਸਭ ਤੋਂ ਪਹਿਲੇ ਇਹ ਦੱਸੋ ਕਿ ਜਾਨਵਰਾਂ ਦੀ ਖੁਰਾਕ ਕੀ ਇਹਨਾਂ ਨੂੰ ਪਾਣਾ ਚਾਹੀਦਾ ਹੈ ਔਰ ਕੀ ਪਾਈਏ ਤੇ ਕੀ ਲਿਆ ਜਾਂਦਾ ਇਹਨਾਂ ਕੋਲੋਂ? ਜਾਨਵਰਾਂ ਨੂੰ ਅੱਛੀ ਤੋਂ ਅੱਛੀ ਖੁਰਾਕ ਪਾਓ। ਦਲੀਆ ਵਗੈਰਾ ਹੈ, ਵਡੇਵਿਆਂ ਦੀ ਖਾ ਲੇ, ਸੂੜੀ ਏ, ਚੋਕਰ ਏ, ਕੋੜੀ ਖਾ ਲੇ। ਮਈਆਂ ਨੂੰ ਪਾਓ, ਤੂੜੀ ਨਾਲ ਪਾਓ, ਨਾਲ ਸਟਾਲਾ ਜਿਹੜਾ ਪੱਠੇ ਅੱਜ ਕੱਲ੍ਹ ਚਲੇ ਦੇ ਨੇ ਇਹ ਪਾਓ। ਬਿਹਤਰ ਜਿਹੜੀ ਬਿਹਤਰ ਤੋਂ ਬਿਹਤਰ ਖੁਰਾਕ ਪਾਓਗੇ ਤੇ ਬਿਹਤਰ ਤੁਸੀਂ ਇਹਨਾਂ ਕੋਲ ਫਾਇਦਾ ਲਓਗੇ। ਸਹੀ ਹੈ। ਅਗਰ ਤੁਸੀਂ ਨਾ ਪਾਓਗੇ ਨਾ ਤੇ ਤੁਹਾਡਾ ਨੁਕਸਾਨ ਹੈ, ਕਿਸੇ ਦਾ ਕੋਈ ਨੁਕਸਾਨ ਨਹੀਂ। ਠੀਕ ਹੋ ਗਿਆ। ਅੱਛਾ ਤੁਸੀਂ ਮਿਕਸ ਡੰਗਰ ਰੱਖੇ ਨੇ? ਜੀ ਜੀ। ਗਾਈਆਂ ਵੀ ਰੱਖੀਆਂ ਨੇ ਤੇ ਮੱਝਾਂ ਵੀ ਰੱਖੀਆਂ ਨੇ, ਉਹਦੀ ਕੀ ਵਜ੍ਹਾ ਹੈ? ਮਸਲਨ ਕਿ ਕਈ ਗਾਹਕ ਸਾਡੇ ਕੋਲ ਗਾਈਆਂ ਦਾ ਦੁੱਧ ਮੰਗਦੇ ਨੇ, ਕਈ ਮੱਝਾਂ ਦਾ ਮੰਗਦੇ ਨੇ। ਤੁਸੀਂ ਜਿਹੜੇ ਮੱਝਾਂ ਦਾ ਮੰਗਦੇ ਨੇ ਉਹ ਮੱਝਾਂ ਦਾ ਦੇ ਦਿੰਦੇ ਆ, ਜਿਹੜਾ ਗਾਈਆਂ ਦਾ ਮੰਗਦੇ ਨੇ ਉਹਨੂੰ ਗਾਈਆਂ ਦਾ ਦੇ ਦਿੰਦੇ ਆ। ਅਕਸਰ ਅਸੀਂ ਫਾਰਮਾਂ ਤੇ ਜਾਂਦੇ ਆ, ਮੁਖਤਲਿਫ ਲੋਕਾਂ ਨਾਲ ਮਿਲਦੇ ਆ, 90 ਤੋਂ ਜ਼ਾਇਦ ਫੀਸਦ ਦੇ ਲੋਕ ਕਹਿੰਦੇ ਨੇ ਕਿ ਗਾਈਆਂ ਦਾ ਦੁੱਧ ਨਹੀਂ ਵਿਕਦਾ। ਤੁਹਾਡੀ ਕੀ ਰਾਏ ਵੇ? ਸਾਡੀ ਰਾਏ ਇਹ ਹੈ ਕਿ ਗਾਈਆਂ ਦਾ ਦੁੱਧ ਮਈਆਂ ਦੇ ਦੁੱਧ ਨਾਲੋਂ ਅੱਛਾ ਹੈ। ਸਮਝਦਾਰ ਲੋਕ ਜਿਹੜੇ ਨੇ ਨਾ ਉਹ ਗਾਈਂ ਦਾ ਦੁੱਧ ਆਪਣੇ ਬੱਚਿਆਂ ਨੂੰ ਵੀ ਪਿਲਾਉਂਦੇ ਨੇ ਤੇ ਇਹ ਦੁੱਧ ਵੀ ਸਮਝਦਾਰ ਹੈ, ਅਕਲਮੰਦ ਦੁੱਧ ਹੈ। ਤੇ ਅੱਗੋਂ ਹੁਣ ਸਾਡੇ ਲੋਕਾਂ 'ਚ ਇੱਕ ਫੈਸ਼ਨ ਹੋ ਗਿਆ, ਰਿਵਾਜ ਹੋ ਗਿਆ ਕਿ ਮੱਝ ਦਾ ਦੁੱਧ ਪੀਣਾ ਹੈ। ਸਹੀ ਹੈ। ਆਸਿਫ ਭਾਈ ਤੁਸੀਂ ਕਿਹਾ ਕਿ ਗਾਈਆਂ ਦਾ ਦੁੱਧ ਮੱਝਾਂ ਦੇ ਦੁੱਧ ਨਾਲ ਅੱਛਾ ਵੇ, ਕਿਆ ਤੁਸੀਂ ਆਪਣੀ ਗੁਫ਼ਤਗੂ ਦੇ ਨਾਲ ਸਾਬਤ ਕਰ ਸਕਦੇ ਹੋ ਕਿਸ ਤਰ੍ਹਾਂ? ਉਸ ਤਰ੍ਹਾਂ ਕਿ ਸਮਝਦਾਰ ਹੋ ਇਸ ਤਰ੍ਹਾਂ ਕਿ ਇਕੱਠੇ ਜੋੜ ਕੇ ਬਣਾਓ, ਜੋੜ ਕੇ ਐਨ। ਗਾਈਂ ਦਾ ਜਾਤ ਤੇ ਮਹੀਂ ਦੇ ਵਿੱਚ ਇਹ ਦੋਵਾਂ ਦੇ ਵਿੱਚ ਇਹਨਾਂ ਦੀ ਅਕਲ 'ਚ ਬੜਾ ਫਰਕ ਹੈ। ਸਹੀ ਹੈ। ਜੇ ਇੱਕ ਜਾਨਵਰ ਹੈ ਉਹ ਅਕਲਮੰਦ ਹੈ, ਇੱਕ ਜਾਨਵਰ ਦੂਸਰਾ ਉਹਦੀ ਆਪਣੀ ਅਕਲ ਹੈ। ਤੇ ਗਾਈਂ ਦਾ ਦੁੱਧ ਦੇ ਵਿੱਚ ਜਿਹੜਾ ਨਾ ਅਸੀਂ ਆਪਣੇ ਘਰ ਦੇ ਵਿੱਚ ਖੁਦ ਇਸਤੇਮਾਲ ਗਾਈਂ ਦਾ ਦੁੱਧ ਕਰਨੇ। ਅੱਛਾ ਤੁਸੀਂ ਗੱਲ ਦੱਸ ਰਹੇ ਹੋ ਕਿ ਅਕਸਰ ਲੋਕ ਕਹਿੰਦੇ ਨੇ ਗਾਈਆਂ ਦਾ ਦੁੱਧ ਪਤਲਾ ਹੁੰਦਾ ਹੈ, ਮੱਝਾਂ ਦਾ ਗਾੜਾ ਹੁੰਦਾ ਹੈ। ਨਹੀਂ, ਜੋ ਤੁਸੀਂ ਇਹਨਾਂ ਨੂੰ ਪਾਣਾ ਤੁਸੀਂ ਵੰਡਾ ਅੱਛਾ ਗਾਈਂ ਨੂੰ ਵੀ ਪਾਓਗੇ ਨਾ ਤੇ ਗਾਈਂ ਵੀ ਦੁੱਧ ਮੱਝਾਂ ਲਿਖਾ ਦੇਗੀ ਤੁਹਾਨੂੰ। ਸਿਰਫ ਫਰਕ ਇੰਨਾ ਹੈ ਕਿ ਇਹਦਾ ਦੁੱਧ ਪੀਲੇ ਰੰਗ ਦਾ ਹੁੰਦਾ ਕਈ ਗਾਈਆਂ ਦਾ, ਤੇ ਕਈ ਗਾਈਆਂ ਦਾ ਦੁੱਧ ਮਈਆਂ ਹਾਲ ਚਿੱਟਾ ਹੀ ਹੁੰਦਾ। ਅੱਛਾ ਖੁਰਾਕ ਨਾਲ ਕੋਈ ਰੰਗਤ 'ਚ ਫਰਕ ਪੈ ਸਕਦੀ ਹੈ? ਹਾਂ, ਖੁਰਾਕ ਨਾਲ ਤੁਸੀਂ ਅੱਛੀ ਵੰਡਾ ਅੱਛਾ ਪਾਓ ਤੇ ਚ ਦੁੱਧ ਪੀਲਗੀ ਵੀ ਖਤਮ ਹੋ ਜਾਏਗੀ। ਅੱਛਾ ਯਾਨੀ ਕਿ ਤੁਹਾਡੀ ਨਜ਼ਰ ਦੇ ਵਿੱਚ ਗਾਈਆਂ ਦਾ ਤੇ ਮੱਝਾਂ ਦਾ ਦੁੱਧ ਬਰਾਬਰ ਹੈ? ਮਸਲ ਕਿ ਐਡਾ ਖਾਸ ਫਰਕ ਕੋਈ ਨਹੀਂ ਹੈ। ਅੱਛਾ ਹੁਣ ਫਰਕ ਸਿਰਫ ਤੁਹਾਡੀ ਖੁਰਾਕ ਦਾ। ਤੁਹਾਡੇ ਕੋਲ ਮਾਸ਼ਾਅੱਲਾ ਕਿੰਨੀਆਂ ਗਾਈਆਂ ਨੇ? ਮਾਸ਼ਾਅੱਲਾ ਸਾਡੇ ਕੋਲ 14-15 ਗਾਈਆਂ ਨੇ। ਕਿਹੜੀ ਨਸਲ ਦੀਆਂ ਰੱਖੀਆਂ ਜੇ? ਮਸਲ ਕਿ ਵਲੈਤੀ ਵੀ ਨੇ ਵਿੱਚ, ਮਸਲ ਕਿ ਦੋਗਲੀਆਂ ਵੀ ਨੇ ਵਿੱਚ,
ਰਲੀਆਂ ਮਿਲੀਆਂ ਨੇ ਕ੍ਰਾਸ ਰੱਖੀਆਂ ਨੇ। ਜੀ। ਕ੍ਰਾਸ ਰੱਖਣ ਦੀ ਕੋਈ ਖਾਸ ਵਜ੍ਹਾ? ਮਤਲਬ ਕਿ ਗਰਮੀ ਨਹੀਂ ਕਰਦੀਆਂ, ਨਾ ਸਰਦੀ ਦਾ ਇਹਨਾਂ ਨੂੰ ਭਾਰ ਹੈ, ਨਾ ਗਰਮੀ ਦਾ ਭਾਰ ਹੈ। ਸਹੀ ਹੈ। ਜਿਹੜੀ ਵਲੈਤੀ ਨੇ ਉਹ ਗਰਮੀਆਂ ਦੇ ਵਿੱਚ ਗਰਮੀ ਜ਼ਿਆਦਾ ਕਰਦੀਆਂ ਨੇ, ਉਹ ਸਾਡੇ ਸਮਝੋ ਬਾਹਰ ਨੇ। ਉਹ ਫਾਰਮਾਂ ਦੇ ਵਿੱਚ ਜਿਹੜੇ ਪੱਖੇ ਲੱਗੇ ਹੁੰਦੇ ਨੇ ਉਹਨਾਂ ਤੇ, ਸਾਡੇ ਚੋਂ ਨਿਜ਼ਾਮ ਨਹੀਂ ਹੈ। ਸਹੀ ਹੈ। ਇਹ ਗਾਈਆਂ ਤੁਸੀਂ ਕਿੱਥੋਂ ਲਈਆਂ? ਇਹ ਗਾਈਆਂ ਸਾਡੀਆਂ ਸ਼ੁਰੂ ਤੋਂ ਟੁਰੀਆਂ ਆਉਂਦੀਆਂ ਨੇ ਪਈਆਂ, ਪਿਓ ਦਾਦੀ ਤੋਂ ਨਸਲਾਂ ਟੁਰੀਆਂ ਆਉਂਦੀਆਂ ਨੇ ਪਈਆਂ। ਅੱਗੋਂ ਫਿਰ ਟੀਕੇ ਸੀ ਜਿਹੜੇ ਚਲੇ ਨੇ ਅੱਜ ਕੱਲ੍ਹ, ਮਸਲਨ ਕਿ ਆਸਟ੍ਰੇਲੀਆ ਟੀਕਾ ਲਵਾ ਲਓ, ਫਲਾਣੀ ਨਸਲ ਦਾ ਟੀਕਾ ਲਵਾ ਲਓ, ਅੱਛਾ ਹੁੰਦਾ ਹੈ। ਠੀਕ ਹੈ। ਤੋ ਐਸੇ ਤਰ੍ਹਾਂ ਫਿਰ ਟੀਕੇ ਲਵਾ ਲੈਂਦੇ ਨੇ ਡੰਗਰਾਂ ਨੂੰ, ਫਿਰ ਨਸਲ ਚੇਂਜ ਹੋ ਜਾਂਦੀ ਹੈ। ਸਹੀ ਹੈ। ਤੇ ਅੱਗੂ ਤੁਸੀਂ ਆਪਣੀ ਨਸਲ ਲੈ ਰਹੇ ਹੋ ਗਾਈਆਂ ਦੀ ਸਾਰੀ? ਹਾਂਜੀ, ਆਪਣੀ ਨਸਲ ਹੈ ਸਾਡੀ। ਵੈੜੀਆਂ ਮਾਸ਼ਾਅੱਲਾ ਆਪਣੀਆਂ ਕੋ 8 ਦਾ ਤੈ ਵਿਖੇ ਵੈੜੀਆਂ ਖਲੋਤੀ ਦੀਆਂ ਨੇ, ਉਹ ਵੈੜੀਆਂ ਖਲੋਤੀ ਦੀਆਂ ਨੇ, ਉਹ ਪਰਾਂ ਵਿੱਚ ਵੈੜੀ ਖਲੋਤੀ ਦੀ ਹੈ, ਉਹ ਪਿੱਛੇ ਅੰਦਰ ਖਲੋਤੀ ਦੀ ਹੈ। ਠੀਕ ਹੋ ਗਿਆ। ਤੁਸੀਂ ਦੱਸਿਆ ਕਿ ਮੱਝਾਂ ਦਾ ਤੇ ਗਾਵਾਂ ਦਾ ਸਾਡਾ ਦੋਵਾਂ ਦਾ ਦੁੱਧ ਵਿਕ ਜਾਂਦਾ ਹੈ। ਹਾਂਜੀ ਅਲਹਮਦੁਲਿਲਾ। ਕਿੱਥੇ ਵੇਚਦੇ ਹੋ ਤੇ ਕਿਹੜੇ ਰੇਟ ਤੋਂ ਵੇਚਦੇ ਹੋ? ਅਸੀਂ ਜਨਾਬ ਮੱਝਾਂ ਦਾ ਦੁੱਧ ਜਿਹੜਾ ਨਾ 120 ਰੁਪਏ ਕਿਲੋ ਵੇਚਨੇ ਆ, ਤੇ ਗਾਵਾਂ ਦਾ ਦੁੱਧ 100 ਰੁਪਏ ਕਿਲੋ ਵੇਚਨੇ ਆ। ਠੀਕ ਹੈ। ਵੇਚਦੇ ਸਿਟੀ ਏਰੀਆ ਵਿੱਚ ਹੋ? ਸ਼ਹਿਰ ਦੇ ਵਿੱਚ ਸਿਰਫ ਫਰਕ ਹੈ ਨਾ ਕਿ ਅਸੀਂ ਦੁੱਧ 'ਚ ਪਾਣੀ ਨਹੀਂ ਪਾਉਂਦੇ। ਜ਼ਿੰਦਾਬਾਦ, ਮਾਸ਼ਾਅੱਲਾ। ਤੁਸੀਂ ਦੱਸ ਰਹੇ ਹੋ ਕਿ ਸਾਡਾ ਦੁੱਧ ਜਲਦੀ ਜਾਏ ਜਾਂ ਲੇਟ ਜਾਏ, ਲੋਕ ਅੱਗੇ ਜਿਹੜੇ ਨੇ ਖਲੋਤੇ ਹੁੰਦੇ ਨੇ। ਤੁਸੀਂ ਤਜਰਬਾ ਕਰ ਲਵੋ, ਇਹ ਮੁੰਡੇ ਦੇ ਨਾਲ ਚਲੇ ਜਾਈਏ, ਹੁਣ ਦੁੱਧ ਲੈ ਕੇ ਜਾਏਗਾ, ਉੱਥੇ ਔਰਤਾਂ ਵੀ ਖੜੀਆਂ ਹੋਣਗੀਆਂ, ਬੰਦੇ ਵੀ ਖੜੇ ਹੋਣਗੇ, ਇੰਤਜ਼ਾਰ ਕਰਦੇ ਹੋਣਗੇ ਕਿ ਕਿਸ ਟਾਈਮ ਦੁੱਧ ਲੈ ਕੇ ਆਏ, ਅਸੀਂ ਦੁੱਧ ਲੈ ਕੇ ਜਾਈਏ, ਚਾਹੇ 11 ਵਜੇ ਜਾਏ, ਚਾਹੇ ਉਹ 12 ਵਜੇ ਜਾਏ। ਉੱਥੇ ਲੋਕ ਇੰਤਜ਼ਾਰ ਕਰਦੇ ਹੋਣਗੇ ਦੁੱਧ ਵਾਸਤੇ। ਦੁੱਧ ਉੱਥੇ ਹੋਰ ਵੀ ਲੋਕ ਬੜਾ ਵੇਚਦੇ ਨੇ ਪਏ। ਐਡਾ ਵੱਡਾ ਇਤਮਾਦ ਬਣਾਉਣ 'ਚ ਕਿੰਨੀ ਦੇਰ ਲੱਗੀ? ਉਹ ਦਾਦੇ ਤੋਂ ਇਹ ਟੁਰਿਆ ਜਾਂਦਾ ਪਿਆ। ਠੀਕ ਹੈ। ਔਰ ਸ਼ੁਰੂ ਤੋਂ ਹੀ ਦੁੱਧ 'ਚ ਪਾਣੀ ਤੁਸੀਂ ਨਹੀਂ ਪਾਇਆ? ਪਾਣੀ ਨਹੀਂ ਪਾਇਆ ਦੁੱਧ ਦੇ ਵਿੱਚ। ਇਹ ਤੁਹਾਡੀ ਖਾਸੀਅਤ ਹੈ। ਹਾਂ, ਦੁੱਧ 'ਚ ਪਾਣੀ ਨਹੀਂ ਪਾਇਆ। ਘਰ ਦੇ ਵਿੱਚ ਜਾਣਾ ਤਾਂ ਉਸੇ ਟਾਈਮ ਲੋਕਾਂ ਨੇ ਲੈ ਜਾਣਾ, ਸ਼ਾਮ ਨੂੰ ਤੇ ਸਵੇਰ। ਆਸਾ ਸਾਹਿਬ, ਮੈਨੂੰ ਉਹ ਕਹਿਣ ਦਵੋ ਕਿ ਤੁਸੀਂ ਦੁੱਧ 'ਚ ਪਾਣੀ ਨਹੀਂ ਪਾਇਆ ਤਾਂ ਅੱਲਾ ਨੇ ਫਿਰ ਬਰਕਤ ਵੀ ਪਾਈ ਹੈ। ਅਲਹਮਦੁਲਿਲਾ, ਸ਼ੁਕਰ ਹੈ ਅੱਲਾਹ ਪਾਕ ਦਾ ਇਹਸਾਨ ਹੈ। ਜਿਹੜੇ ਲੋਕ ਦੁੱਧ 'ਚ ਪਾਣੀ ਪਾਉਂਦੇ ਨੇ ਨਾ, ਉਹ ਲੋਕ ਨੁਕਸਾਨ 'ਚ ਰਹਿੰਦੇ ਨੇ। ਉਹਨਾਂ ਨੂੰ ਇਹ ਨਹੀਂ ਅੱਕੇ ਸੋਚਦੇ ਕਿ ਮਹੀਨੇ ਬਾਅਦ ਇੱਕ ਮਰ ਜਾਂਦੀ ਹੈ, ਉਹ 3 ਲੱਖ ਰੁਪਏ ਦੀ ਉਹ ਕਿੱਥੋਂ ਪੂਰੀ ਕਰਨੀ ਹੈ। ਬੜੀ ਗੱਲ ਹੈ। ਅੱਛਾ, ਗਾਈਆਂ ਤਾਂ ਤੁਸੀਂ ਸਾਰੀ ਸਾਨੂੰ ਇਨਫੋਰਮੇਸ਼ਨ ਦੱਸ ਦਿੱਤੀ ਹੈ। ਮਜ਼ੀਦ ਕੋਈ ਸਵਾਲ ਜ਼ੇਨ ਚਾਹੇਗਾ ਅਸੀਂ ਪੁੱਛ ਲਾਂਗੇ। ਹੁਣ ਆਨੇ ਮੱਝਾਂ ਵੱਲ। ਜੀ। ਕਿੰਨੀਆਂ ਮੱਝਾਂ ਨੇ ਤੇ ਕਿਹੜੀ ਨਸਲ ਦੀਆਂ ਨੇ? ਸਾਡੇ ਕੋਲ ਇਹ ਨੇਪਾਲੀ ਦੀਆਂ ਮਈਆਂ ਨੇ, ਕਾਲੇ ਚੀਚਾ ਵਿੱਚ ਸਾਈਡ ਦੀਆਂ ਮਈਆਂ ਨੇ। ਤਦਾਦ ਮਾਸ਼ਾਅੱਲਾ ਸਾਡੇ ਕੋਲ ਮਈਆਂ ਨੇ ਕੋਈ 40 ਕੁ ਮਈਆਂ ਨੇ। ਉਹਨਾਂ ਦੇ ਛੋਟੇ ਜਾ ਵੀ ਨਾ ਰੱਖੇ ਨੇ? ਜੀ, ਜਾ ਵੀ ਨਾਲ। ਜਾ ਪਾ ਕੇ ਕਿੰਨੇ ਹੋ ਗਏ? ਜਾ ਪਾ ਲਓ ਕੋਈ 10 ਕੁ ਜਾ ਹੈ ਮਈਆਂ ਦੇ। ਅੱਛਾ, ਕੀ ਵਜ੍ਹਾ ਹੈ ਕਿ ਦੇਸੀ ਨਹੀਂ ਰੱਖੀਆਂ? ਦੇਸੀ ਮਈਆਂ ਮਸਲਨ ਕਿ ਦੁੱਧ ਨਹੀਂ ਇੰਨਾ ਦਿੰਦੀਆਂ, ਉਹ ਅਸੀਂ ਨਹੀਂ ਸੀ ਰੱਖਦੇ। ਸਹੀ ਹੈ। ਤੁਸੀਂ ਜ਼ਿਆਦਾ ਦੁੱਧ ਦਾ ਕਾਰੋਬਾਰ ਕਰਦੇ ਹੋ ਜਾਂ ਕੋਈ ਡੰਗਰ ਵੇਚ ਕੇ, ਕੱਟੀਆਂ ਕੱਟੇ ਵੇਚ ਕੇ ਵੀ ਕਾਰੋਬਾਰ ਤੁਸੀਂ ਆਪਣਾ ਚਲਾਉਂਦੇ ਹੋ? ਨਹੀਂ, ਸਾਡਾ ਦੁੱਧ ਹੀ ਕਾਰੋਬਾਰ ਹੈ। ਤੇ ਡੰਗਰ ਤੁਸੀਂ ਕੱਟੀਆਂ ਕੱਟੇ ਨਹੀਂ ਪਾਲਦੇ? ਨੇ ਕੱਟੀਆਂ ਅਸੀਂ ਪਾਲ ਲੈਂਦੇ ਆ। ਕੱਟੀਆਂ ਅਸੀਂ ਨਹੀਂ ਦਿੰਦੇ ਆ। ਕੱਟੀਆਂ ਸਾਡੀਆਂ ਤਕਰੀਬਨ ਮਾਸ਼ਾਅੱਲਾ ਤੁਹਾਨੂੰ ਵਿਖਾ ਸਕਣਾ ਵਿੱਚ 12-13 ਕੱਟੀਆਂ ਹੋਣੀਆਂ ਨੇ ਸਾਡੀਆਂ ਵਿੱਚ। ਅਸੀਂ ਕੱਟੀਆਂ ਨਹੀਂ ਵੇਚਦੇ ਮਈਆਂ ਦੀਆਂ। ਜਿਹੜੀਆਂ ਅੱਛੀਆਂ ਮਈਆਂ ਨੇ ਨਾ, ਅਸੀਂ ਉਹਨਾਂ ਦੀ ਜਾਨ ਹੀ ਵੀ ਕੱਟੀਆਂ ਵੇਚਦੇ। ਸਹੀ ਹੈ। ਯਾਨੀ ਆਪਣੀ ਨਸਲ ਹੀ ਤੁਸੀਂ ਅੱਗੇ ਵਧਾਉਂਦੇ ਹੋ? ਹਾਂ, ਕੋਸ਼ਿਸ਼ ਕਰਨੇ ਆਪਣੀ ਨਵੀਆਂ ਲੈ ਕੇ। ਕੋਈ ਤੇ ਜਿਹੜਾ ਬੰਦਾ ਸਮਝਦਾਰ ਹੈ ਨਾ, ਉਹ ਤੇ ਆਪਣੀ ਨਸਲ ਅਗਰ ਵਧਾਏਗਾ ਤਾਂ ਫਾਇਦਾ ਹੀ ਹੋਏਗਾ, ਨੁਕਸਾਨ ਤੇ ਤਾਂ ਕੋਈ ਨਹੀਂ ਹੈ। ਸਭ ਪਾਣਾ ਤਾਂ ਇਹਨਾਂ ਨੂੰ ਉਹੀ ਰੂਟੀਨ ਰੋਜ਼ਾਨਾ ਪਾਣੇ ਆ। ਅਗਰ ਇਹਨਾਂ ਦੇ ਬੱਚੇ ਵੇਚ ਦਿਆਂਗੇ ਤਾਂ ਵੀ ਰੂਟੀਨ ਨਾਲ ਉਹੀ। ਆਸਫ ਭਾਈ, ਤੁਸੀਂ ਦੱਸਿਆ ਕਿ ਸਾਡੇ ਕੋਲ ਬਾਰੇ ਦੀਆਂ ਸਾਰੀਆਂ ਮੱਝਾਂ ਨੇ। ਜੀ ਜੀ। ਅਗਰ ਕੋਈ ਨਵਾਂ ਬੰਦਾ ਬਾਰੇ ਦੀਆਂ ਮੱਝਾਂ ਲੈਣਾ ਚਾਹੁੰਦਾ ਵੇ, ਜੀ ਜੀ। ਉਹਦੀ ਪਹਿਚਾਨ ਅਹਮ ਗੱਲਾਂ? ਜਨਾਬ, ਉਹ ਕਾੜੇ ਚੀਚਾ ਵਤਨ ਸਾਈਡ ਤੇ ਮੰਡੀਆਂ ਲੱਗਦੀਆਂ ਨੇ। ਉਹ ਮੰਡੀਆਂ 'ਚ ਜਾਏ, ਹਰ ਚੀਜ਼ ਦੀ ਜਦੀਦ ਦੌਰ ਹੈ। ਇੰਟਰਨੈਟ ਦੀ ਵੀ ਹਰ ਚੀਜ਼ ਜਿਹੜੀ ਦੀ ਹਰ ਚੀਜ਼ ਦਾ ਪਤਾ ਲੱਗ ਜਾਂਦਾ। ਹੁਣ ਤੇ ਉਹ ਦੌਰ ਹੀ ਖਤਮ ਹੋ ਗਿਆ ਜਿਹੜਾ ਪੁਰਾਣਾ ਦੌਰ ਸੀ। ਹੁਣ ਤੇ ਹਰ ਪਾਸੇ ਮੰਡੀਆਂ ਲੱਗਦੀਆਂ ਨੇ। ਪਸਰੂਰ ਮੰਡੀ ਸਾਡੇ ਸਿਆਲਕੋਟ 'ਚ ਲੱਗਦੀਆਂ ਨੇ 2-3 ਮੰਡੀਆਂ। ਇਹਨਾਂ ਤੋਂ ਇਲਾਵਾ ਬਹੁਤ ਮੰਡੀਆਂ ਲੱਗਦੀਆਂ ਨੇ। ਅੱਛਾ ਡੰਗਰ ਤੁਹਾਨੂੰ ਆਪਣੀ ਪਛਾਣ ਉਹਦੀ ਨਜ਼ਰ ਆ ਜਾਏਗਾ, ਅੱਛਾ ਡੰਗਰ। ਸਰ, ਇੰਟਰਨੈਟ ਤੇ ਬਹੁਤ ਜ਼ਿਆਦਾ ਮਵਾਦ ਹੁੰਦਾ ਹੈ। ਤੁਹਾਡੇ ਵੰਗਰਾਂ ਦੇ ਲੋਕ ਆਥੈਂਟਿਕ, ਪੁਖਤਾ ਤੇ ਸੱਚੀ ਗੱਲ ਕਰਨ ਵਾਲੇ ਬੜੇ ਘੱਟ ਨੇ। ਤੁਸੀਂ ਕੋਈ ਅਹਮ ਗੱਲਾਂ ਸਾਨੂੰ ਦੱਸੋ ਕਿ ਅਗਰ ਉੱਥੇ ਜਾਣਾ ਹੈ ਤੇ ਮੱਝ ਦੀ ਪਹਿਚਾਣ ਕਿਸ ਤਰ੍ਹਾਂ ਕਰਨੀ ਹੈ? ਪਛਾਣ ਜਿਹੜਾ ਅੱਛਾ ਜਾਨਵਰ ਹੈ ਨਾ, ਤੇ ਜਿਹੜੇ ਅੱਛੇ ਲੋਕ ਨੇ ਉਹ ਤੁਹਾਨੂੰ ਦੂਰੋਂ ਹੀ ਲੱਭਣਗੇ। ਤੇ ਜਿਹਨਾਂ ਝੂਠ ਬੋਲਣਾ ਹੈ ਜਾਂ ਮੇਰਾ ਮਕਸਦ ਹੈ ਕਸਮਾਂ ਚੁੱਕਣੀਆਂ ਨੇ, ਤੇ ਉਹ ਤੇ ਬੇਭਾ ਨੇ। ਉਹ ਤੇ ਜਿਹਨਾਂ ਕੋਲ ਮਰਜ਼ੀ ਜਾ ਕੇ ਪਿਆ ਕਹੋ ਜੀ ਮੈਂ ਸਪਾਰੇ ਹੀ ਵੇਚਣਾ ਪਿਆ ਵਾ, ਉਹ ਤਾਂ ਗਲਤ ਗੱਲ ਹੈ, ਜਿਹੜੀ ਗਲਤ ਹੈ। ਪੂਰਾ ਨਾਂ ਤੇ ਕੱਲਾ ਪਾਕ ਦਾ, ਤੇ ਬਾਕੀ ਅੱਛੀ ਚੀਜ਼ ਜਿਹੜੀ ਹੁੰਦੀ ਹੈ ਨਾ ਬਾਊ ਜੀ, ਉਹ ਅੱਛੀ ਹੁੰਦੀ ਹੈ। ਹੁਣ ਮਸਲਨ ਕਿਹਾ ਵੱਡਾ ਪਾਣ ਲਗੇ ਆ, ਤੇ ਅਗਰ ਅਸੀਂ ਇਹਨਾਂ ਨੂੰ ਜੋ ਪਾਣਾ ਤੇ ਸ਼ਾਮੀ ਇਹਨਾਂ ਕੋਈ ਲੈ ਲੈਣ। ਸਹੀ ਹੈ। ਅਗਰ ਨਾ ਇਹਨਾਂ ਨੂੰ ਪਾਵਾਂਗੇ ਤੇ ਸ਼ਾਮੀ ਸਾਨੂੰ ਨਾ ਕੁਝ ਵੀ ਨਹੀਂ ਦੇਣਾ। ਤੇ ਮਈਆਂ ਵੇਚਦੇ ਨੇ, ਡੇਰੇਦਾਰ ਨੇ, ਉਹ ਲੋਕ ਦਾ ਨਹੀਂ ਲਾਉਂਦੇ। ਜਿਹੜੇ ਮੰਡੀਆਂ ਦੇ ਵਿੱਚ ਹੱਥ ਫੜੀਆਂ ਮਈਆਂ ਵੇਚਦੇ ਨੇ ਨਾ, ਉਹ ਲੋਕ ਦਾ ਲਾਉਂਦੇ ਨੇ।
ਜਿਹੜੀ ਬੜੀ ਅਹਿਮ ਗੱਲ ਦੱਸੀ ਹੈ ਕਿ ਦੋ ਤਰ੍ਹਾਂ ਦੇ ਲੋਕ ਮੱਝਾਂ ਵੇਚਦੇ ਨੇ, ਇੱਕ ਆਪਣਾ ਪੂਰਾ ਕੈਂਪ ਲਾ ਕੇ ਕੈਂਪ ਲਾ ਕੇ ਜਿਹੜਾ ਵੇਚਦੇ ਨੇ ਉਹਨਾਂ ਦਾ ਡੇਰਾ ਡੱਪਾ ਹੈ, ਉਹਨਾਂ ਦੀ ਪਛਾਣ ਹੈ ਕਿ ਇਹ ਫਲਾਣੇ ਇਲਾਕੇ ਦੇ ਨੇ, ਇਹ ਡੇਰੇਦਾਰ ਨੇ, ਉਹ ਧੋਖਾ ਫਰੇਬ ਨਹੀਂ ਕਰਨਗੇ। ਸਹੀ ਹੈ, ਜਿਹੜੇ ਮਹੀਂ ਹੱਥ 'ਚ ਫੜ ਕੇ ਮੰਡੀ 'ਚ ਫੇਰਨਗੇ ਨਾ, ਉਹ ਤੁਹਾਡੇ ਨਾਲ ਧੋਖਾ ਫਰੇਬ ਕਰਨਗੇ, ਵੇਚ ਕੇ ਗਾਇਬ ਹੋ ਜਾਣਗੇ। ਉਹ ਵੇਚ ਕੇ ਗਾਇਬ ਹੋ ਜਾਣਗੇ। ਮਹੀਂ ਤੁਹਾਡੇ ਨਾਲ ਲਿਖ ਕੱਤੇਗੀ, ਉਹ ਤੁਹਾਡੀ ਹੈ, ਲੂਲੀ ਹੈ, ਲੰਗੜੀ ਉਹ ਤੁਹਾਡੀ ਹੈ। ਸਹੀ ਹੈ। ਕੁਝ ਲੋਕ ਕਹਿੰਦੇ ਨੇ ਕਿ ਉੱਥੇ ਜਾ ਕੇ ਪਿੰਡਾਂ 'ਚ ਚੱਕਾਂ 'ਚ ਫੇਰ ਕੇ ਵੀ ਲਈ ਜਾਣੀ ਚਾਹੀਦੀ ਹੈ, ਤੁਹਾਡੀ ਕੀ ਰਾਏ ਵੇ? ਉਹ ਵੀ ਮਸਲਨ ਕਿ ਅਗਰ ਤੁਹਾਡੇ ਤਲੁਕਾਤ ਅੱਗੇ ਹੈ ਨੇ ਕਿਸੇ ਵਪਾਰੀ ਦੇ ਨਾਲ, ਤੇ ਤੁਸੀਂ ਚੱਕਾਂ ਦੇ ਵਿੱਚੋਂ ਜਾ ਕੇ ਫੇਰ ਕੇ ਲਿਆ ਸਕਦੇ ਹੋ। ਸਹੀ ਹੈ, ਤੁਸੀਂ ਸਾਰੀਆਂ ਉੱਥੋਂ ਹੀ ਲੈਂਦੀਆਂ ਨੇ? ਉਹਦੇ ਨਾਲ ਬਿਹਤਰ ਹੈ ਕਿ ਮੰਡੀ 'ਚ ਜਾਓ, ਉਹ ਸਭ ਨਾਲ ਬੈਸਟ ਹੈ। ਸਹੀ ਹੈ। ਤੇ ਤੁਹਾਡੀਆਂ ਜਿਹੜੀ ਤੁਸੀਂ ਲੈਂਦੀਆਂ ਨੇ? ਅਸੀਂ ਮੰਡੀ ਦੇ ਵਿੱਚ ਹੀ ਲੈਣੇ ਆ। ਜ਼ਿੰਦਾਬਾਦ। ਮੰਡੀ ਦੇ ਵਿੱਚ ਇਹ ਵੀ ਕਿ ਅੱਛੀ ਤੋਂ ਅੱਛੀ ਮੱਝ ਆਈ ਹੁੰਦੀ ਹੈ। ਇੱਕ ਤੁਸੀਂ ਲੈ ਕੇ ਆਏ ਦਿਓ ਮੱਝ ਡੇਰੇ ਤੇ ਤੁਹਾਡੇ ਤੇ ਜਾਵਾਂਗਾ ਤੇ ਤੁਸੀਂ ਮੈਨੂੰ 10,000 ਰੁਪਏ ਮਹਿੰਗੀ ਦਿਓਗੇ, ਤੇ ਅਗਰ ਤੁਸੀਂ ਮੰਡੀ ਲੈ ਕੇ ਆਏ ਹੋਗੇ, ਕਿਰਾਇਆ ਖਰਚ ਕੇ ਆਏ ਹੋਗੇ, ਤਾਂ ਤੁਸੀਂ ਵੇਚਣ ਵਾਸਤੇ ਲਿਆਏ ਹੋ, ਸਹੀ ਹੈ, ਤਾਂ ਤੁਹਾਨੂੰ ਤਾਂ ਮੈਂ ਵੀ 10,000 ਰੁਪਏ ਰਿਆਤ ਲੱਭੇਗੀ ਤੇ ਅੱਛੀ ਮੈਂ ਵੀ ਲੱਭੇਗੀ। ਜ਼ਿੰਦਾਬਾਦ। ਅੱਛਾ, ਅੱਛਾ, ਤੁਹਾਡਾ ਉੱਥੇ ਕਾਰੋਬਾਰ ਕਿਸੇ ਨਾਲ ਚੱਲ ਜਾਏਗਾ, ਫਿਰ ਤੁਸੀਂ ਕੁਝ ਪੈਸੇ ਨਗਦ ਵੀ ਕਰ ਸਕਦੇ ਹੋ, ਕਿਸੇ ਨਾਲ ਕੁਝ ਵਧਾਰ ਵੀ ਕਰ ਸਕਦੇ ਹੋ, ਉਹ ਤੁਹਾਡਾ ਸਿਸਟਮ ਚੱਲ ਪਏਗਾ, ਫਿਰ ਤੁਸੀਂ ਨਿਜ਼ਾਮ ਚਲਾ ਲੋਗੇ ਆਪਣਾ। ਠੀਕ ਹੋ ਗਿਆ। ਉਹ ਤੁਹਾਡੇ ਤੇ ਮੁਅੱਸਰ ਹੈ ਕਿ ਤੁਸੀਂ ਕਿਸੇ ਨਾਲ ਅੱਛਾ ਚੱਲਦੇ ਹੋ ਜਾਂ ਬੁਰਾ ਚੱਲਦੇ ਹੋ। ਜੇ ਕਿਸੇ ਨਾਲ ਬੁਰਾ ਚਲੋਗੇ ਤਾਂ ਦੁਬਾਰਾ ਤੁਹਾਨੂੰ ਉਧਾਰ ਕੋਈ ਨਹੀਂ ਦੇਗਾ। ਅਗਰ ਅੱਛਾ ਚੱਲਦੇ ਹੋ ਤਾਂ ਤੁਸੀਂ ਪਿਛਲੇ ਪੈਸੇ ਦੇ ਜਾਓਗੇ, ਕੋ ਤੁਸੀਂ ਲੈ ਜਾਓਗੇ। ਵੈਰੀ ਗੁੱਡ, ਬੜੀ ਜ਼ਬਰਦਸਤ ਗੱਲ ਤੁਹਾਨੂੰ ਸੁਣਾਈ ਹੈ। ਅੱਛਾ, ਤੁਸੀਂ ਹੁਣ ਇਹ ਦੱਸੋ ਕਿ ਤੁਹਾਡੇ ਕੋਲ ਲਹਿਰੀਆਂ ਮੱਝਾਂ ਕਿੰਨੀਆਂ ਨੇ? ਮਾਸ਼ਾਅੱਲਾ ਸਾਡੇ ਕੋਲ ਜਿਹੜਾ ਨਾ ਕੋਈ 15 ਕੁ ਮਈਆਂ 20 ਲੈ ਰਹੀਆਂ ਨੇ, ਤੇ ਬਾਕੀ ਕੋਈ ਥੋੜਾ ਖੰਗੜੀਆਂ ਨੇ ਵੀ ਥੋੜਾ ਦੁੱਧ ਦਿੰਦੀਆਂ ਨੇ। ਕੁਝ ਮਈਆਂ ਸੂਣ ਟੁੱਕੀਆਂ ਨੇ, ਸੂਣ ਵਾਲੀਆਂ ਨੇ, ਮੈਂ ਤਿਆਰ ਨੇ। ਕੋਈ ਦੋ ਤੇ ਇੱਕ ਦੋ ਸੂਈ ਹੈ 1-2 ਦਿਨ ਦੇ ਵਿੱਚ, ਸਹੀ ਹੈ। ਤੇ ਵਿੱਚ ਕੁਝ ਮਤਲਬ ਕਿ ਸੂਣ ਵਾਲੀਆਂ ਨੇ। ਤੁਸੀਂ ਮੱਝਾਂ ਨੂੰ ਜੂਸਰ ਮਸ਼ੀਨ ਕਰਾਰ ਦਿੱਤਾ ਵੇ, ਉਹ ਤਫਸੀਲ ਦੱਸੋ। ਜੂਸਰ ਮਸ਼ੀਨ ਅਸਲੀ ਕਰਾਰ ਦਿੱਤਾ ਜਨਾਬ, ਅਸਾਂ ਰਿਸਰਚ ਕੀਤੀ ਹੈ ਇਹਨਾਂ ਦੀ ਕਿ ਅਸਾਂ ਇਹਨਾਂ ਨੂੰ ਜੋ ਕੁਝ ਵੀ ਪਾਇਆ ਨਾ ਰਾਤ ਨੂੰ, ਤੇ ਅਲਹਮਦੁਲਿਲਾ ਸੁਬਹ ਇਹਨਾਂ ਨੇ ਉਹ ਸਾਡਾ ਹੱਕ ਨਹੀਂ ਰੱਖਿਆ। ਜ਼ਿੰਦਾਬਾਦ। ਮਗਰ ਅਸਾਂ ਇਹਨਾਂ ਨੂੰ ਰਾਤ ਨੂੰ ਜੇ ਅੱਛਾ ਵੰਡਾ ਪਾਇਆ ਤੇ ਸੁਬਹ ਇਹਨਾਂ ਨੇ ਸਾਨੂੰ ਅੱਛਾ ਦੁੱਧ ਦਿੱਤਾ। ਅਗਰ ਰਾਤ ਨੂੰ ਅਸਾਂ ਇਹਨਾਂ ਨੂੰ ਬੁਰਾ ਵੰਡਾ ਪਾਇਆ ਤੇ ਨਾ ਸਾਨੂੰ ਸਵੇਰੇ ਕੁਝ ਵੀ ਨਹੀਂ ਦਿੱਤਾ। ਇਹ ਮਾਲਕ ਤੇ ਮੁਅੱਸਰ ਹੈ ਕਿ ਮਾਲਕ ਇਹਨਾਂ ਨਾਲ ਕਿਸ ਤਰ੍ਹਾਂ ਵਰਤਾਓ ਕਰਦਾ ਹੈ। ਅਗਰ ਅੱਛਾ ਇਹਨਾਂ ਦੀ ਖਿਦਮਤ ਕਰੇਗਾ ਤੇ ਮਾਲਕ ਦੇ ਨਾਲ ਇਹ ਇਨਸਾਨ ਨਾਲ ਜ਼ਿਆਦਾ ਵਫਾ ਕਰਨਗੇ। ਸਹੀ ਹੋ ਗਿਆ। ਤੁਸੀਂ ਅੱਜ ਕੱਲ ਕੀ ਜਾਨਵਰਾਂ ਨੂੰ ਪਾ ਰਹੇ ਹੋ? ਅਸੀਂ ਅੱਜ ਕੱਲ੍ਹ ਜਿਹੜਾ ਨਾ ਮਸਲਨ ਕਿ ਤੂੜੀ ਚੋਕਰ ਵੰਡਾ ਜ਼ਿਆਦਾ ਤੇ ਵੰਡਾ ਇਸਤੇਮਾਲ ਕਰ ਰਹੇ ਜੀ, ਕਿਉਂਕਿ ਹਰਾ ਪੱਠਾ ਤੇ ਬਹੁਤ ਕਮ ਜੇ ਸਰਦੀ ਦੀ ਵਜ੍ਹਾ ਨਾਲ, ਕੁਛ ਆ ਬਾਰਿਸ਼ਾਂ ਦੀ ਵਜ੍ਹਾ ਨਾਲ ਖਰਾਬ ਹੋ ਗਿਆ, ਤੇ ਅਸੀਂ ਜਿਹੜਾ ਨਾ ਤੂੜੀ ਵੰਡੇ ਜ਼ਿਆਦਾ ਇਸਤੇਮਾਲ ਕਰ ਰਹੇ ਹਾਂ, ਸਵੇਰ ਵੀ ਤੇ ਸ਼ਾਮ ਨੂੰ ਵੀ। ਠੀਕ ਹੈ। ਤੇ ਜਿਹੜਾ ਤੁਸੀਂ ਚੋਖਰ ਦੱਸਿਆ ਹੈ, ਉਹ ਕੋਈ ਖਾਸ ਹੈ ਜਾਂ ਕਿ ਆਮ ਹੀ ਜਿਹੜਾ ਮਾਰਕੀਟ 'ਚ ਮਿਲਦਾ ਉਹੀ ਪਾ ਰਹੇ? ਚੋਕਰ ਹੈ, ਸੂੜੀ ਬੜੇ ਫਰਕ ਕਿਸਮਾਂ ਦੀ ਹੈ। ਠੀਕ ਹੈ। ਅੱਛੀ ਸੂੜੀ ਤੁਸੀਂ ਵੇਖ ਕੇ ਉੱਥੋਂ ਲਵੋ ਮੰਡੀ ਦੇ ਵਿੱਚੋਂ, ਵੜੇਵਿਆਂ ਦੀ ਖਾ ਲੇ, ਜਾਂ ਦਲੀਆ ਹੈ, ਤੁਸੀਂ ਮਸਲਨ ਕਿ ਆਪੇ ਵੀ ਦਲੀਆ ਤਾਂ ਤੁਸੀਂ ਕਣਕ ਲੈ ਕੇ ਦਲੀਆ ਪਿਆ ਸਕਦੇ ਹੋ, ਜਾਂ ਚਨੇ ਲੈ ਕੇ ਉੱਥੋਂ ਮਸਲਨ ਕਿ ਤੁਸੀਂ ਉਹ 4 ਫੜ ਕਰਾ ਕੇ ਉਹ ਭਿਓ ਕੇ ਪਾ ਸਕਦੇ ਹੋ। ਠੀਕ ਹੈ। ਉਹ ਤੁਹਾਡੇ ਤੇ ਆਪਣੇ ਤੇ ਮੁਅੱਸਰ ਹੈ ਕਿ ਤੁਸੀਂ ਕੀ ਪਾਉਣਾ ਚਾਹੁੰਦੇ ਹੋ ਇਹਨਾਂ ਨੂੰ। ਇਹ ਕੰਮ ਕੈਸਾ ਹੈ, ਤੁਸੀਂ ਦੱਸੋ ਨਵੇਂ ਬੰਦੇ ਵਾਸਤੇ ਇਹ ਕੰਮ ਕੈਸਾ ਹੈ? ਅਗਰ ਨਵੇਂ ਬੰਦੇ ਨੇ ਇਹ ਕੰਮ ਕਰਨਾ ਤੇ ਪਹਿਲੇ ਨੰਬਰ ਦੇ ਉੱਤੇ ਇਹ ਗੱਲ ਸੀ ਚ ਰੱਖਿਆ ਕਿ ਮੈਂ ਮਿਹਨਤ ਕਰਨੀ ਹੈ, ਨਾਲ ਇਹ ਨਹੀਂ ਕਰਨਾ ਕਿ ਮੈਂ ਮੰਜੀ ਤੇ ਬਹਿ ਰਵਾਂ। ਅਗਰ ਤੁਸੀਂ ਬੰਦੇ ਵੀ ਨਾਲ ਰੱਖੇ ਨੇ ਨਾ ਤੇ ਬੰਦੇ ਦੇ ਨਾਲ ਕੰਮ ਕਰੋਗੇ ਤੇ ਤੁਸੀਂ ਕਾਮਯਾਬ। ਅਗਰ ਤੁਸੀਂ ਘਰ ਆਪਣੇ ਬਹਿ ਰਹੋਗੇ ਤੇ ਕਹੋਗੇ ਨਾ ਹਾਲੀ ਬੰਦੇ ਕੰਮ ਕਰਨਗੇ ਤੁਹਾਡਾ, ਤੇ ਉਹ ਬਿਲਕੁਲ ਗਲਤ ਗੱਲ ਹੈ। ਠੀਕ ਹੈ। ਬੰਦਿਆਂ ਦੇ ਉੱਤੇ ਰਹੋਗੇ, ਆਪਣੇ ਜਾਨਵਰਾਂ ਨੂੰ ਵੇਖੋਗੇ ਕੀ ਕਰਦੇ ਨੇ ਪਏ ਕੀ ਨਹੀਂ ਪਏ ਕਰਦੇ, ਕੋਈ ਬਿਮਾਰ ਹੈ ਕੋਈ ਠੀਕ ਹੈ, ਕਿ ਤੁਸੀਂ ਨਜ਼ਰ ਆਏਗਾ ਤੁਹਾਨੂੰ। ਠੀਕ ਹੈ। ਕੋਈ ਬਿਮਾਰ ਹੋਈ ਹੈ, ਕਿਸੇ ਨੂੰ ਟੀਕਾ ਲਾਣਾ ਹੈ ਜਾਂ ਕਿਸੇ ਨੂੰ ਕੀ ਕਰਨਾ ਹੈ, ਉਹ ਤੁਹਾਨੂੰ ਮੁਲਾਜ਼ਮਾਂ ਨਹੀਂ ਦੱਸਣਾ, ਤੁਸੀਂ ਖੁਦ ਵੇਖਣਾ। ਠੀਕ ਹੈ। ਤੇ ਕੋਸ਼ਿਸ਼ ਉਹ ਲੋਕ ਕਰਨੇ ਆ ਕਾਰੋਬਾਰ ਕਰਨ ਦੀ ਜਿਨ੍ਹਾਂ ਦੀ ਜ਼ਮੀਨ ਆਪਣੀ ਹੈ। ਠੀਕ ਹੈ। ਆਪਣੀ ਨਾ ਹੋਏ ਤੇ ਫਿਰ ਮਹਿੰਗਾ ਪੈਂਦਾ? ਫਿਰ ਬਹੁਤ ਮਹਿੰਗਾ ਪੈਂਦਾ। ਕਿਆ ਇਸ ਕੰਮ 'ਚ ਮੁਨਾਫਾ ਹੈ ਅਗਰ ਜ਼ਮੀਨ ਆਪਣੀ ਹੋਏ ਤੇ? ਬਹੁਤ ਮੁਨਾਫਾ ਹੈ, ਜੇ ਜ਼ਮੀਨ ਆਪਣੀ ਹੋਏ ਤੇ ਇਹਦੇ ਵਿੱਚ ਅਲਹਮਦੁਲਿਲਾ ਬਹੁਤ ਮੁਨਾਫਾ ਹੈ। ਮਤਲਬ ਕਿ ਇਸ ਟਾਈਮ ਫਰਜ਼ ਕਰੋ ਤੁਹਾਡੇ ਕੋਲ 40-50 ਜਾਨਵਰ ਨੇ, ਜੀ ਜੀ, ਤੇ ਮਾਸ਼ਾਅੱਲਾ ਕਿੰਨੀ ਕੁ ਇਨਕਮ ਹੋ ਜਾਂਦੀ ਹੈ ਮਹੀਨੇ 'ਚ? ਅਲਹਮਦੁਲਿਲਾ ਅੱਲਾਹ ਪਾਕ ਦਾ ਸ਼ੁਕਰ ਹੈ, ਬਹੁਤ ਸੋਹਣਾ ਵਕਤ ਗੁਜ਼ਰ ਰਿਹਾ। ਅਸੀਂ 3 ਭਾਈ ਹਾਂ ਠੀਕ ਹੈ। ਤੇ ਬਹੁਤ ਅੱਛੀ ਜ਼ਿੰਦਗੀ ਗੁਜ਼ਾਰਨੇ ਪਏ ਆ ਸ਼ਹਿਰ ਦੇ ਵਿੱਚ। ਬੱਚੇ ਸਾਡੇ ਪੜ੍ਹਦੇ ਨੇ ਪਏ ਅੱਛੇ ਸਕੂਲਾਂ ਦੇ ਵਿੱਚ। ਠੀਕ ਹੈ। ਔਰ ਭਰਾ ਤੇ ਇਹਦੇ ਤੋਂ ਹੀ ਸਾਰਾ ਸਭ ਕੁਝ ਚੱਲਦਾ ਅਲਹਮਦੁਲਿਲਾ ਯਾਰ ਤੇ ਸਾਰਾ ਸਰਕਲ ਚੱਲਦਾ ਪਿਆ, ਹਰ ਚੀਜ਼ ਜ਼ਬਰਦਸਤ। ਤੇ ਅਸੀਂ ਬਹੁਤ ਸਾਰੀ ਚੀਜ਼ਾਂ ਪੁੱਛੇ ਨੇ, ਆਖਰੀ ਗੱਲ ਦੇ ਤੌਰ ਤੇ ਜਿਹੜੀ ਪੁੱਛਣੀ ਚਾਹੀਦੀ ਨਹੀਂ ਪੁੱਛੀ, ਨਵੇਂ ਬੰਦਿਆਂ ਦੇ ਹਵਾਲੇ ਨਾਲ ਕੋਈ ਐਸਾ ਮਸ਼ਵਰਾ ਦੇਖ ਲਓ ਜਿਹੜਾ ਸਦਕਾ ਜਾਰੀਆ ਬਣ ਜਾਏ। ਅਸੀਂ ਤੇ ਇਹ ਮਸ਼ਵਰਾ ਦੇਵਾਂਗੇ ਜਨਾਬ, ਜਿਹੜਾ ਬੰਦਾ ਕਾਰੋਬਾਰ ਕਰਨਾ ਚਾਹੁੰਦਾ ਹੈ ਨਾ,
ਉਹ ਜ਼ਮੀਨ ਭਾਂਡੇ ਵਾਲਾ ਕਰੇ, ਦੂਸਰਾ ਬੰਦਾ ਕਾਰੋਬਾਰ ਨਾ ਕਰੇ। ਅੱਛਾ। ਹਾਂ ਬਿਲਕੁਲ। ਜਾਂ ਜਿਹੜਾ ਬੰਦਾ ਮਿਹਨਤ ਕਰਨ ਦਾ ਸ਼ੌਕ ਹੈ ਨਾ ਜਿਹਨੂੰ, ਉਹ ਬੰਦਾ ਕਾਰੋਬਾਰ ਕਰੇ। ਠੀਕ ਹੈ। ਕਈ ਬੰਦੇ ਹੁੰਦੇ ਨੇ ਕਿਸੇ ਦੀ ਗੱਲ ਤੇ ਕਹਿਣ ਤੇ ਮੱਝਾਂ ਲੈ ਆਉਂਦੇ ਨੇ, ਠੀਕ ਹੈ। ਉਹ ਬਾਅਦ ਵਿੱਚ ਪਰੇਸ਼ਾਨ ਹੋ ਜਾਂਦੇ ਨੇ, ਯਾਰ ਇਹਨਾਂ ਨੂੰ ਪਾਣਾ ਕੀ ਹੈ, ਚੋਣਾ ਕੀ ਹੈ। ਠੀਕ ਹੈ। ਤੇ ਜਿਹੜਾ ਤੁਸੀਂ ਖੁਦ ਕਾਰੋਬਾਰ ਕੰਮ ਨਹੀਂ ਨਾ ਕਰ ਸਕਦੇ, ਉਹ ਕਾਰੋਬਾਰ ਨਹੀਂ ਕਰਨਾ ਚਾਹੀਦਾ। ਠੀਕ ਹੈ। ਕਾਰੋਬਾਰ ਉਹ ਕਰੋ ਜਿਹੜਾ ਤੁਸੀਂ ਖੁਦ ਕਰ ਸਕਦੇ ਹੋ। ਜ਼ਿੰਦਾਬਾਦ। ਬਹੁਤ ਸ਼ੁਕਰੀਆ ਭਾਈ ਜੀ, ਤੁਸੀਂ ਕਾਫੀ ਅੱਛੀ ਮਾਲੂਮਾਤ ਦਿੱਤੀਆਂ ਨੇ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ।